डंडोत बंधन अनेक बार, सर्व कला समर्थ डोलन ते राखो प्रभु। डोलन ते राखो प्रभु। नानक दे कर हथ तू ठाकुर तू साहिबो। तू है मेरा मीरा, तुद भावै तेरी बंदगी। तू गुणी गहीरा, तुद भावै तेरी बंदगी। तू गुणी गहीरा, आपे हर एक रंग है। आपे बहु रंगी, जो तिस भावै नानका। साई गल चंगी, जो तिस भावै नानका। साई गल चंगी, बाणी गुरु गुरु है बाणी। विच बाणी अमृत सारे, गुर बाणी कहै सेवक जन मानै। परतख गुरु निस्तारे, गुर बाणी कहै सेवक जन मानै। परतख गुरु निस्तारे, कवन वडाई कै सकूं। बेअंत गुनीता, कर कृपा मोहि नाम देहो। नानक दर सरीता, कर कृपा मोहि नाम देहो। नानक दर सरीता। जुगो जुग अटल सतगुरु गुरगद्दी ते सुभाईमान दसां पातशाहियां दी जोत गरीब नवाज सतगुरु भगत वत्सल पतित पावन करुणा निदान उपमा महान सतगुरु साहिब श्री गुरु ग्रंथ साहिब जी महाराज जी दी पावन और पवित्र अमृतमयी हजूरी विखे जुड़ बैठी गुरु रूप साध संगत। गुरु साहिब जी ने बेअंत रहमतां बख्शिशां कीतियां हन। अपने पावन दरबार की हाजरी सानू बख्शिश कीती है और संध्या वेले दियां ये घड़ियां गुरु के दरबार विखे जोड़, गुरु की चरण शरण विखे जोड़
ਆਪ ਜੀ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ, ਉਦਮ ਕਰ ਰਹੇ ਹੋ। ਗੁਰਬਾਣੀ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਨੇ। ਉਪਰੰਤ ਆਓ ਮਿੱਥੇ ਹੋਏ ਸਮੇਂ ਮੁਤਾਬਕ ਗੁਰਮਤਿ ਵਿਚਾਰਾਂ ਦੀ, ਗੁਰੂ ਦੀਆਂ ਵਿਚਾਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਮਨੁੱਖਾ ਜੀਵਨ ਦੇ ਅਨੇਕਾਂ ਪੱਖ ਹਨ। ਸੰਸਾਰ 'ਚ ਵਿਚਰਦਿਆਂ ਹੋਇਆਂ, ਜਿਉਂਦਿਆਂ ਹੋਇਆਂ ਉਹ ਸਾਰੇ ਦੇ ਸਾਰੇ ਪੱਖਾਂ ਨੂੰ ਨਾਲ ਲੈ ਕੇ ਅਸੀਂ ਜਿਉਂਦੇ ਹਾਂ। ਇੱਕ ਸਾਡੇ ਜੀਵਨ ਦਾ ਪੱਖ ਹੈ ਪਰਿਵਾਰਕ ਪੱਖ, ਦੂਜੇ ਨੰਬਰ ਤੇ ਸਮਾਜਿਕ ਪੱਖ, ਤੀਜੇ ਨੰਬਰ ਤੇ ਧਾਰਮਿਕ ਪੱਖ, ਰਾਜਨੀਤਿਕ ਪੱਖ, ਆਰਥਿਕ ਪੱਖ। ਇਹ ਸਾਰੇ ਦੇ ਸਾਰੇ ਸਾਡੇ ਜੀਵਨ ਦੇ ਹਿੱਸੇ ਹਨ। ਔਰ ਇਹ ਜੀਵਨ ਰੂਪੀ ਸਫ਼ਰ, ਜੀਵਨ ਰੂਪੀ ਪੈਂਡਾ ਜਦੋਂ ਚੱਲਦਾ ਹੈ, ਸਾਨੂੰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਾਲ ਲੈ ਕੇ ਜਿਉਣਾ ਪੈਂਦਾ ਹੈ, ਚੱਲਣਾ ਪੈਂਦਾ ਹੈ। ਕੁਝ ਸਾਡੇ ਫਰਜ਼ ਹਨ, ਕੁਝ ਸਾਡੀਆਂ ਜ਼ਿੰਮੇਵਾਰੀਆਂ ਨੇ, ਕੁਝ ਸਾਡੇ ਹੱਕ ਹਨ। ਇਸੇ ਤਰ੍ਹਾਂ ਸਮਾਜ ਪ੍ਰਤੀ ਕੁਝ ਸਾਡੀਆਂ ਜ਼ਿੰਮੇਵਾਰੀਆਂ ਨੇ, ਫਰਜ਼ ਨੇ, ਕੁਝ ਸਾਡੇ ਹੱਕ ਵੀ ਹਨ। ਆਰਥਿਕ, ਸਮਾਜਿਕ, ਧਾਰਮਿਕ ਪੱਖ ਵੀ ਇਸੇ ਤਰ੍ਹਾਂ। ਪਰ ਅਕਸਰ ਜੋ ਮਨੁੱਖੀ ਸੁਭਾਅ ਦੀ ਸਾਡੀ ਇੱਕ ਫਿਤਰਤ ਹੈ, ਇੱਕ ਨੇ ਸਾਡੀਆਂ ਜ਼ਿੰਮੇਵਾਰੀਆਂ, ਇੱਕ ਨੇ ਸਾਡੇ ਹੱਕ। ਹੱਕ ਪ੍ਰਤੀ ਤੇ ਅਸੀਂ ਦਾਅਵਾ ਕਰਦੇ ਹਾਂ ਕਿ ਇਹ ਚੀਜ਼ ਤੇ ਸਾਡਾ ਹੱਕ ਬਣਦਾ ਹੈ ਤੇ ਇਹ ਚੀਜ਼ ਸਾਨੂੰ ਮਿਲਣੀ ਚਾਹੀਦੀ ਹੈ, ਅਸੀਂ ਇਹਦੇ ਹੱਕਦਾਰ ਹਾਂ। ਪਰ ਜਦੋਂ ਗੱਲ ਜ਼ਿੰਮੇਵਾਰੀ ਦੀ ਆਉਂਦੀ ਹੈ, ਉਦੋਂ ਆਪਾਂ ਗੱਲ ਦੂਜੇ ਤੇ ਸੁੱਟਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮੇਰੀ ਨਹੀਂ, ਉਹਦੀ ਜ਼ਿੰਮੇਵਾਰੀ ਹੈ। ਦੂਜਾ ਅੱਗੇ ਤੀਜੇ ਤੇ ਜਾਂ ਪਹਿਲੇ ਤੇ ਜ਼ਿੰਮੇਵਾਰੀ ਸੁੱਟਦਾ ਹੈ। ਹਰ ਪੱਖ ਤੋਂ ਅਕਸਰ ਇੱਦਾਂ ਹੁੰਦਾ ਹੈ। ਅਸੀਂ ਗੱਲ ਕਰਨੀ ਹੈ ਜੀਵਨ ਦੇ ਪਰਿਵਾਰਕ ਪੱਖ ਦੀ, ਕਿਉਂਕਿ ਸਭ ਤੋਂ ਪਹਿਲੇ ਨੰਬਰ ਤੇ ਸਾਡੇ ਜੀਵਨ ਦਾ ਪਰਿਵਾਰਕ ਪੱਖ ਹੈ। ਬੱਚੇ ਦਾ ਜਨਮ ਹੋਇਆ, ਇੱਕ ਉਹਦੀ ਮਾਤਾ ਹੈ, ਪਿਤਾ ਹੈ, ਭੈਣ ਭਾਈ ਨੇ, ਬਾਕੀ ਹੋਰ ਸੰਬੰਧ ਆਦਿਕ ਹਨ। ਇਹ ਸਭ ਤੋਂ ਪਹਿਲੇ ਨੰਬਰ ਤੇ ਸਾਡਾ ਵਾਹ ਵਾਸਤਾ ਪੈਂਦਾ ਹੈ ਪਰਿਵਾਰ ਦੇ ਨਾਲ, ਪਰਿਵਾਰਕ ਪੱਖ ਦੇ ਨਾਲ। ਸਮਾਜ ਦੀਆਂ ਗੱਲਾਂ ਉਦੋਂ ਬਾਅਦ ਹਨ, ਧਰਮ ਦੀਆਂ ਗੱਲਾਂ ਉਦੋਂ ਬਾਅਦ ਹਨ, ਆਰਥਿਕ ਪੱਖ ਉਦੋਂ ਬਾਅਦ ਦੀ ਗੱਲ ਹੈ, ਰਾਜਨੀਤਿਕ ਪੱਖ ਉਦੋਂ ਬਾਅਦ ਦੀ ਗੱਲ ਹੈ। ਸਭ ਤੋਂ ਪਹਿਲੇ ਨੰਬਰ ਤੇ ਸਾਡੇ ਜੀਵਨ ਦਾ ਪੱਖ ਹੈ ਪਰਿਵਾਰਕ ਪੱਖ, ਕਿਉਂਕਿ ਅਸੀਂ ਸਾਰੇ ਪਰਿਵਾਰਕ ਜੀਵ ਹਾਂ। ਔਰ ਮਨੁੱਖਾਂ ਦੇ ਵਿੱਚ ਇਹ ਪਰਿਵਾਰ ਨੂੰ ਸਮਝਣ ਦੀ ਇੱਕ ਕਾਬਲੀਅਤ ਹੈ ਸਾਡੀ ਮਨੁੱਖਾ ਸ਼੍ਰੇਣੀ ਅੰਦਰ, ਮਨੁੱਖਾ ਜਮਾਤ ਅੰਦਰ। ਹਾਲਾਂਕਿ ਰਿਸ਼ਤੇ ਨਾਤੇ ਤੇ ਪਸ਼ੂਆਂ ਪੰਛੀਆਂ ਦੇ ਅੰਦਰ ਵੀ ਹੁੰਦੇ ਹਨ, ਉਹਨਾਂ ਦੇ ਵੀ ਕੋਈ ਮਾਤਾ, ਕੋਈ ਪਿਤਾ, ਕੋਈ ਭੈਣ, ਕੋਈ ਭਾਈ ਜਾਂ ਬਾਕੀ ਰਿਸ਼ਤੇਦਾਰ ਆਦਿਕ ਹਨ। ਪਰ ਪਸ਼ੂਆਂ ਪੰਛੀਆਂ ਨੂੰ, ਰਿਸ਼ਤਿਆਂ ਨੂੰ ਸਮਝਣ ਦੀ ਉਹਨਾਂ ਅੰਦਰ ਸਮਰੱਥਾ ਨਹੀਂ ਹੈ, ਯੋਗਤਾ ਨਹੀਂ ਹੈ, ਉਹ ਅਕਲ ਨਹੀਂ ਹੈ। ਮਨੁੱਖ ਦੇ ਕੋਲ ਅਕਲ ਹੈ, ਕਿਉਂਕਿ ਵੈਸੇ ਹੀ ਮਨੁੱਖ ਇੱਕ ਮਾਨਸਿਕ ਪ੍ਰਾਣੀ ਹੈ, ਪਸ਼ੂ ਸਰੀਰਕ ਪ੍ਰਾਣੀ ਹੈ। ਉਹ ਸਰੀਰ ਦੇ ਪੱਧਰ ਤੇ ਜਿਉਂਦਾ ਹੈ। ਪਸ਼ੂ ਸ਼ਬਦ ਦਾ ਅਰਥ ਵਿਚਾਰਵਾਨ ਕਰਦੇ ਨੇ। ਪਸ਼ ਦੇ ਤਲ ਤੇ, ਸਰੀਰ ਦੇ ਤਲ ਤੇ ਜਿਉਣ ਵਾਲਾ ਜਾਂ ਪਛੜਿਆ ਹੋਇਆ। ਕਈ ਮਨੁੱਖਾਂ ਨੂੰ ਵੀ ਸਤਿਗੁਰੂ ਬਾਣੀ 'ਚ ਪਸ਼ੂ ਕਹਿੰਦੇ ਨੇ। ਕਿਹਨਾਂ ਨੂੰ ਕਿਹਾ ਗਿਆ? ਜਿਹੜੇ ਜਾਂ ਤਾਂ ਪਛੜੇ ਹੋਏ ਨੇ ਜਾਂ ਕੇਵਲ ਸਰੀਰ ਦੇ ਪੱਧਰ ਤੇ ਜਿਉਂਦੇ ਪਏ ਹਨ। ਉੱਥੇ ਸਤਿਗੁਰੂ ਨੂੰ ਕਹਿਣਾ ਪਿਆ, ਕਰਤੂਤ ਪਸ਼ੂ ਕੀ
मानस जात, लोक पचारा करे दिन रात। बाहर भेख अंतर मल माया, शपश नाहि कश करे छुपाया। बाहर ज्ञान ध्यान इशनान, अंतर व्यापै लोभ सवान। अंदर पशु बिरती हावी है, बाहरों विखावा किया जा रहा है पर अंदर नूं बदलिया नहीं जा रहा, पशु बिरती। खैर आपां अपनी गल वाले पासे आईए कि रिश्ते नाते संबंध ते पशुआं पंछियां अंदर भी हैं, पर उन्हां दे अंदर उन्हां नूं समझण दी योग्यता नहीं है, अकल नहीं है। मनुखा अंदर साडे रिश्ते नाते समाज अंदर हैं, परिवार अंदर हैं, ते साडे अंदर उन्हां नूं समझण दी समर्था भी है, अकल भी है। फिर हुण अगे साडे उन्हां रिश्तियां दे प्रति कुछ फर्ज हैं, कुछ जिम्मेवारियां हैं। गल आपां करनी है माता पिता दे औलाद प्रति फर्ज, ते औलाद दे जो माता पिता दे प्रति फर्ज हैं उन्हां रिश्तियां बारे। ते इहदे लई असीं आधार बनाया है भाई गुरदास साहब जी की रचना नूं। भाई गुरदास साहब सिख पंथ दे सिरमौर श्रोमणी विद्वान हैं। धन गुरु अमरदास साहब सच्चे पातशाह जी दे आप भतीजे हैं और गुरु अर्जन देव महाराज सच्चे पातशाह जी दे मामा जी, धन गुरु रामदास साहब जी दे साला जी, गुरु अमरदास साहब जी तो लैके और धन गुरु हरगोबिंद साहब सच्चे पातशाह जी तक करीबन 4 गुरु साहबाना की भाई गुरदास साहब जी ने संगत की है और गुरमत सिੱਖੀ भी है। अगे गुरमत का प्रचार ते प्रसार भाई गुरदास जी ने किया है और बहुत वड्डियां वड्डियां सेवावां पंथ दियां सिੱਖੀ दियां भाई गुरदास साहब ने कीतियां ने। गुरु ग्रंथ साहब सच्चे पातशाह जी का पहला पावन स्वरूप लिखण की जिहड़ी सेवा है गुरु अर्जन देव महाराज सच्चे पातशाह जी ने वो भाई गुरदास साहब जी नूं बख्शी और भाई गुरदास साहब जी ने बाखूबी गुरु की भै भावनी च रहिंदियां होया ते उस सेवा नूं निभाया है। फिर सिख पंथ नूं अपनी कलम दे नाल भाई गुरदास साहब ने होर भी बहुत वड्डी देन दित्ती है। 40 वारां हन उन्हां दियां उचारण कीतियां होईयां ते 675 कबित सवैये हन भाई गुरदास साहब जी वालों उचारण कीते। ते सिख विचारवान ते विद्वान कहिंदे हन कि भाई गुरदास साहब जी की जिहड़ी रचना है वो गुरबाणी की कुंजी है। भाव भाई गुरदास साहब जी दियां वारां दे राही रचना दे राही असी गुरबाणी नूं गुरु के उपदेशां नूं सौखे तरीके दे नाल समझ सकते हाँ, सौखे तरीके दे नाल। सो वो भाई गुरदास साहब जी ने अपनी 37 नंबर वार अंदर 4 पौड़ियां भाई गुरदास साहब जी ने सानू बख्शिश कीतियां ने। इन्हां 4 पौड़ियां दे राही पहले नंबर ते भाई गुरदास साहब ने गल की माँ जां माता पिता दे जो बच्चे दे प्रति उपकार होंदे हन, औलाद प्रति। जिवें एक माँ सब तो पहला माँ अपनी बच्चे दे प्रति जिम्मेवारी निभाउंदी है, बड़ी विस्तार सहित भाई गुरदास साहब ने उहदी गल कीती, आपां व्याख्या करनी है। उदों बाद भाई गुरदास साहब ने अगे गल कीती है कि हुण जदों माँ बाप ने अपनी जिम्मेवारी अपना फर्ज निभाया, बच्चे नूं पालिया पढ़ाया, फिर बच्चे की कुड़माई की, बच्चे का विआह किया, ते फिर बच्चे बिगड़ते किदां हन। एक तो वेखो बच्चों के अंदर आपां समाजिक तौर पर वेंदे हाँ कि जिवें जिवें बच्चा वड्डा हुंदा है, घर परिवार के दायरे चों बाहर निकलता है, बाहर वख-वख तरह के सुभाव वाले लोगों के संपर्क दे विच जदों आउंदा है ते चंगी माड़ी मत वो बाहरों समाज तो जदों सिੱਖदा है ते कई चीज़ों का बच्चे के जीवन दे विच विगाड़ भी पैंदा है जे उन्हें माड़ी संगत चुन लई है। ते कई बच्चे जिन्हां जिहड़े चंगी संगत के धारणी हुंदे हन वो पहलां तो भी होर ज़्यादा गुणवान बनते हैं।
ਬੱਚੇ ਦੇ ਲਈ ਸਭ ਤੋਂ ਪਹਿਲਾ ਸਕੂਲ ਹੈ ਉਹਦੀ ਮਾਂ-ਬਾਪ ਦੀ ਗੋਦ, ਘਰ ਪਰਿਵਾਰ। ਉਦੋਂ ਬਾਅਦ ਦੂਜੇ ਨੰਬਰ ਤੇ ਬੱਚਾ ਇੱਕ ਸਕੂਲ, ਇੱਕ ਪਾਠਸ਼ਾਲਾ 'ਚ ਪਹੁੰਚਦਾ ਹੈ। ਉੱਥੋਂ ਇੱਕ ਉਸਤਾਦ, ਇੱਕ ਪਾਂਧੇ, ਇੱਕ ਟੀਚਰ ਦੇ ਕੋਲੋਂ ਬੱਚਾ ਸਿੱਖਦਾ ਹੈ। ਤੀਜੇ ਨੰਬਰ ਤੇ ਬੱਚਾ ਸਮਾਜ ਤੋਂ, ਆਪਣੇ ਮਿੱਤਰਾਂ ਸੱਜਣਾ ਤੋਂ ਸਿੱਖਦਾ ਹੈ, ਸਮਾਜ ਤੋਂ ਬਾਹਰੋਂ ਸਿੱਖਦਾ ਹੈ। ਚੌਥੇ ਨੰਬਰ ਤੇ ਬੱਚਾ ਜਿਵੇਂ ਵੱਡਾ ਹੋਇਆ ਤੇ ਫਿਰ ਉਹਦੇ ਹੋਰ ਰਿਸ਼ਤੇਦਾਰਾਂ ਤੱਕ ਉਹਦੀ ਜਦੋਂ ਪਹੁੰਚ ਬਣਦੀ ਹੈ, ਉਹਦਾ ਵਿਆਹ ਹੋਇਆ, ਨਵਿਆਂ ਰਿਸ਼ਤਿਆਂ ਤੱਕ ਪਹੁੰਚ ਬਣਦੀ ਹੈ। ਕਈ ਚੀਜ਼ਾਂ ਬੰਦਾ ਬੱਚਾ ਉੱਥੋਂ ਵੀ ਸਿੱਖਦਾ ਹੈ। ਭਾਈ ਗੁਰਦਾਸ ਸਾਹਿਬ ਨੇ ਗੱਲ ਕੀਤੀ ਕਿ ਜਦੋਂ ਬੱਚੇ ਦਾ ਵਿਆਹ ਹੋ ਗਿਆ, ਬੱਚਾ ਸੀ ਜਵਾਨ ਹੋਇਆ, ਵਿਆਹ ਹੋ ਗਿਆ, ਹੁਣ ਇੱਕ ਪਤਨੀ ਹੈ, ਕਈ ਮੱਤਾਂ ਦੇਣ ਵਾਲੇ ਅੱਗੇ ਹੋਰ ਹਨ, ਤੇ ਜਿਹੜਾ ਬੱਚਾ ਕਿਸੇ ਵਕਤ ਮਾਂ ਦੀ ਗੋਦ ਤੋਂ ਪਲ ਕੇ ਸਿਆਣਾ, ਮਾਂ ਦਾ ਆਗਿਆਕਾਰੀ ਬਣ ਕੇ ਚੱਲਿਆ ਸੀ, ਉਹ ਕਿਵੇਂ ਅੱਗੇ ਚੱਲ ਕੇ ਮਾਂ-ਬਾਪ ਦੇ ਨਾਲ ਵਧੀਕੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਇਹ ਗੱਲਾਂ ਭਾਈ ਗੁਰਦਾਸ ਸਾਹਿਬ ਨੇ ਕਹੀਆਂ ਕਿ ਕਿਵੇਂ ਪੁੱਤ ਕਪੁੱਤ ਬਣਦਾ ਹੈ, ਕਿਵੇਂ ਪੁੱਤ ਮਾਂ-ਬਾਪ ਨੂੰ ਜਿਨ੍ਹਾਂ ਦੀ ਸੇਵਾ ਕਰਨਾ ਉਹਦੀ ਜ਼ਿੰਮੇਵਾਰੀ ਬਣਦੀ ਸੀ, ਕਿਵੇਂ ਉਹਨਾਂ ਨੂੰ ਦਰਕਾਰਦਾ ਫਿਟਕਾਰਦਾ ਹੈ। ਤੇ ਫਿਰ ਚੌਥੀ ਪੌੜੀ ਅੰਦਰ ਭਾਈ ਗੁਰਦਾਸ ਸਾਹਿਬ ਨੇ ਇਹ ਗੱਲ ਸਮਝਾਈ ਹੈ ਕਿ ਕੋਈ ਬੰਦਾ ਜਿੰਨੇ ਮਰਜ਼ੀ ਬਾਹਰੋਂ ਚੰਗੇ ਤੋਂ ਚੰਗੇ ਕਰਮ ਕਰੇ, ਜੇ ਬੰਦਾ ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ ਤੇ ਉਹਦੇ ਬਾਹਰ ਦੇ ਕੀਤੇ ਹੋਏ ਚੰਗੇ ਤੋਂ ਚੰਗੇ ਕੰਮ ਵੀ ਕਿਸੇ ਲੇਖੇ ਨਹੀਂ ਜੇ। ਜਿਨੇ ਮਾਂ-ਬਾਪ ਦੀ ਕਦਰ ਨਹੀਂ ਕੀਤੀ, ਨਾ ਉਹ ਗੁਰੂ ਦੇ ਦਰ ਤੇ ਕਦਰ ਪਾਉਂਦਾ ਹੈ, ਨਾ ਵਾਹਿਗੁਰੂ ਦੇ ਦਰ ਤੇ ਕਦਰ ਪਾਉਂਦਾ ਹੈ, ਬਲਕਿ ਉਹਦੀ ਸਮਾਜ ਅੰਦਰ ਵੀ ਉਹ ਇੱਜ਼ਤ ਨਹੀਂ ਜੇ ਰਹਿੰਦੀ ਜਿਹੜਾ ਮਾਂ-ਬਾਪ ਨੂੰ ਬੇਇੱਜ਼ਤ ਕਰਦਾ ਹੈ। ਪਰ ਸਭ ਤੋਂ ਪਹਿਲਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਮਾਂ-ਬਾਪ ਤੋਂ ਗੱਲ ਆਰੰਭ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਮਾਤ ਪਿਤਾ ਮਿਲ ਨਿੰਮਿਆ, ਆਸਾਵੰਤੀ ਉਦਰ ਮਝਾਰੇ। ਮਾਤਾ ਪਿਤਾ ਦੇ ਸੰਜੋਗ ਤੋਂ, ਮਾਂ ਦੇ ਉਦਰ ਅੰਦਰ ਬੱਚੇ ਦਾ ਪ੍ਰਥਮ ਜੋ ਅੰਕੁਰ ਹੈ ਉਹ ਪੈਦਾ ਹੋਇਆ, ਬੱਚਾ ਮਾਂ ਦੇ ਉਦਰ ਅੰਦਰ ਬਣਿਆ। ਵੈਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ 'ਚ ਇੱਕ ਵਿਚਾਰ ਇਹ ਵੀ ਸਾਨੂੰ ਦਿੱਤੀ, ਕਹਿੰਦੇ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, 4 ਦਿਵਸ ਕੋ ਪੇਖਣਾ ਅੰਤ ਖੇ ਕੀ ਖੇ। ਕਬੀਰ ਸਾਹਿਬ ਕਹਿੰਦੇ ਜੀਵਨ ਦਾ ਸਫ਼ਰ ਮਿੱਟੀ ਤੋਂ ਆਰੰਭ ਹੁੰਦਾ ਹੈ, ਮਿੱਟੀ ਤੇ ਜਾ ਕੇ ਇਹ ਜੀਵਨ ਦੇ ਸਫ਼ਰ ਦੀ ਸੰਪੂਰਨਤਾ ਹੁੰਦੀ ਹੈ। ਮਿੱਟੀ ਤੋਂ ਸਫ਼ਰ ਆਰੰਭ ਹੋਇਆ, ਮਿੱਟੀ 'ਚ ਪਹੁੰਚ ਕੇ ਜੀਵਨ ਦੇ ਸਫ਼ਰ ਦੀ ਸੰਪੂਰਨਤਾ ਹੋਈ। ਸਭ ਤੋਂ ਪਹਿਲਾਂ ਮਿੱਟੀ 'ਚੋਂ ਖੁਰਾਕ ਬਣੀ, ਖਾਕ ਤੋਂ ਖੁਰਾਕ ਬਣੀ। ਖੁਰਾਕ ਉਹ ਜਦੋਂ ਮਨੁੱਖ ਨੇ ਖਾਧੀ ਤੇ ਉਸ ਖੁਰਾਕ ਤੋਂ ਖੂਨ ਬਣਿਆ, ਖੂਨ ਤੋਂ ਅੱਗੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਤੇ ਇਹ ਸਫ਼ਰ ਚੱਲਿਆ ਤੇ ਬੱਚੇ ਦੀ ਜਿਹੜੀ ਉਤਪਤੀ ਸੀ ਉਹ ਮਾਂ ਦੇ ਉਦਰ ਅੰਦਰ ਹੋਈ। ਫਿਰ ਸੰਸਾਰ ਅੰਦਰ ਜੀਵਨ ਆਰੰਭ ਹੋਇਆ, ਬਚਪਨ, ਜਵਾਨੀ, ਬੁਢਾਪਾ, ਬੁਢਾਪੇ ਤੋਂ ਬਾਅਦ ਜੀਵਨ ਖਤਮ ਹੋਇਆ ਤੇ ਫਿਰ ਇਹ ਮਿੱਟੀ 'ਚ ਮਿੱਟੀ ਹੋ ਗਿਆ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇਡ ਨਾ ਕੋਏ, ਜੀਵਨ ਦੇ ਪੈਰਾਂ ਤਲੇ ਮੋਇਆ ਉੱਪਰ। ਖਾਕ ਤੋਂ ਜੀਵਨ ਦਾ ਸਫ਼ਰ ਆਰੰਭ ਹੋਇਆ ਤੇ ਅਖੀਰ ਖਾਕ ਤੇ ਜਾ ਕੇ ਇਹ ਜੀਵਨ ਦਾ ਸਫ਼ਰ ਖਤਮ ਹੋ ਗਿਆ। ਪਰ ਵਿੱਚ ਵੱਖਰੇ ਵੱਖਰੇ ਪੜਾਅ ਜ਼ਰੂਰ ਆਏ। ਭਾਈ ਗੁਰਦਾਸ ਸਾਹਿਬ ਕਹਿੰਦੇ ਮਾਤ ਪਿਤਾ ਮਿਲ ਨਿੰਮਿਆ, ਆਸਾਵੰਤੀ ਉਦਰ ਮਝਾਰੇ। ਮਾਤਾ ਪਿਤਾ ਦੇ ਸੰਜੋਗ ਸਦਕਾ ਬੱਚੇ ਦੀ ਉਤਪਤੀ ਹੋਈ ਪ੍ਰਥਮ ਮਾਂ ਦੇ ਉਦਰ ਅੰਦਰ, ਤੇ ਹੁਣ ਮਾਂ ਨੂੰ ਪਤਾ ਹੈ ਕਿ ਮੇਰੇ ਅੰਦਰ ਇੱਕ ਹੋਰ ਜਾਨ ਪਲਦੀ ਪਈ ਹੈ, ਜਿਸ ਕਰਕੇ ਮਾਂ ਇਸਤਰੀ ਬੜੇ ਸੰਜਮ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੀ ਹੈ। ਰਸ ਕਸ ਖਾਏ ਨਿਲੱਜ ਹੋਏ, ਸ਼ੋ ਸ਼ੋ ਧਰਨ ਧਰੈ ਪੱਗ ਧਾਰੇ। ਮਾਂ ਨੂੰ ਪਤਾ ਹੈ ਮੇਰੇ ਅੰਦਰ ਇੱਕ ਜੀਵ ਪਲ ਰਿਹਾ ਹੈ, ਉਹ ਖਾਣ ਪੀਣ ਦੇ ਵਿੱਚ ਹਰ ਤਰ੍ਹਾਂ ਦਾ ਪਰਹੇਜ਼ ਕਰਦੀ ਹੈ। ਆਪਣੇ ਲਈ ਨਹੀਂ, ਕਈ ਵਾਰ ਆਪਣਾ ਚਿੱਤ ਕਰਦਾ ਹੈ ਤਰ੍ਹਾਂ ਤਰ੍ਹਾਂ ਦੇ ਖੱਟੇ ਮਿੱਠੇ ਪਦਾਰਥ ਖਾਣ ਦਾ, ਪਰ ਮਾਂ ਫਿਰ ਵੀ ਪਰਹੇਜ਼ ਰੱਖਦੀ ਹੈ ਤਾਂ ਕਿ ਮੇਰੇ ਅੰਦਰ ਪਲ ਰਹੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ।
ਇੱਕ ਇੱਕ ਕਦਮ ਮਾਂ ਬੜੇ ਸੰਜਮ ਦੇ ਨਾਲ, ਬੜੇ ਸਹਿਜ ਦੇ ਨਾਲ, ਬੜੇ ਧਿਆਨ ਦੇ ਨਾਲ ਪੁੱਟਦੀ ਹੈ, ਆਪਣੇ ਕਰਕੇ ਨਹੀਂ, ਆਪਣੇ ਅੰਦਰ ਪੜ ਰਹੇ ਬੱਚੇ ਦੀ ਖਾਤਰ। ਜਿਹੜੀ ਇਸਤਰੀ ਪਹਿਲਾਂ ਉਹਦਾ ਜੀਵਨ ਬੜਾ ਵੱਖਰੇ ਤਰੀਕੇ ਦਾ ਸੀ, ਪਰ ਹੁਣ ਜਦੋਂ ਪਤਾ ਹੈ ਕਿ ਮੇਰੇ ਅੰਦਰ ਇੱਕ ਜੀਵ ਪੜ ਰਿਹਾ ਹੈ, ਹੁਣ ਉਹਦਾ ਜੀਵਨ ਇੱਕ ਵੱਖਰੇ ਕਿਸਮ ਦੇ ਸੰਜਮ ਦੇ ਵਿੱਚ ਹੈ, ਇੱਕ ਵੱਖਰੇ ਕਿਸਮ ਦੀ ਮਰਿਆਦਾ ਦੇ ਵਿੱਚ ਹੈ। ਬਹੁਤ ਕੁਝ ਮਾਂ ਆਪਣੇ ਆਪ ਤੇ ਆਪਣੇ ਪਿੰਡੇ ਤੇ ਹੰਡਾਉਂਦੀ ਹੈ, ਆਪਣੇ ਬੱਚੇ ਦੀ ਖਾਤਰ, ਆਪਣੀ ਔਲਾਦ ਦੀ ਖਾਤਰ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ, ਪੇਟ ਵਿੱਚ 10 ਮਾਂ ਰੱਖ, ਪੀੜਾ ਖਾਏ ਜਣੈ ਪੁੱਤ ਪਿਆਰੇ। ਇੱਦਾਂ ਕਰੀਬਨ 10 ਮਹੀਨੇ ਬੱਚੇ ਨੂੰ ਆਪਣੇ ਪੇਟ 'ਚ ਰੱਖ ਕੇ ਅਖੀਰ ਅਸਹਿ ਤੇ ਅਕਹਿ ਪੀੜਾ ਨੂੰ ਸਹਾਰਦਿਆਂ ਹੋਇਆ ਤੇ ਹੁਣ ਉਹਨੇ ਬੱਚੇ ਨੂੰ ਸੰਸਾਰ ਅੰਦਰ ਜਨਮ ਦਿੱਤਾ ਹੈ। ਸਭ ਤੋਂ ਪਹਿਲਾਂ ਅਜੇ ਬੱਚੇ ਦਾ ਜਨਮ ਸੰਸਾਰ 'ਚ ਨਹੀਂ ਸੀ ਹੋਇਆ, ਮਾਂ ਨੂੰ ਉਦੋਂ ਪਹਿਲਾਂ ਤੋਂ ਪੀੜਾ ਬਰਦਾਸ਼ਤ ਕਰਨੀ ਪਈ ਹੈ ਆਪਣੇ ਬੱਚੇ ਦੀ ਖਾਤਰ। ਮਾਂ ਨੂੰ ਉਦੋਂ ਪਹਿਲਾਂ ਜ਼ਿੰਮੇਵਾਰੀਆਂ ਨਿਭਾਉਣੀਆਂ ਪਈਆਂ ਹਨ ਆਪਣੇ ਬੱਚੇ ਦੀ ਖਾਤਰ। ਉਦੋਂ ਪਹਿਲਾਂ ਸਾਰੇ ਫਰਜ਼ ਅਦਾ ਕਰਨੇ ਪਏ ਹਨ। ਕਿਹਦੀ ਖਾਤਰ? ਆਪਣੇ ਬੱਚੇ ਦੀ ਖਾਤਰ, ਆਪਣੀ ਔਲਾਦ ਦੀ ਖਾਤਰ। ਭਾਈ ਗੁਰਦਾਸ ਸਾਹਿਬ ਕਹਿੰਦੇ, ਜਿਹੜੇ ਬੱਚੇ ਇਹ ਕਹਿੰਦੇ ਹਨ ਆਪਣੇ ਮਾਂ ਪਿਓ ਨੂੰ ਕਿ ਤੁਸੀਂ ਸਾਡੇ ਲਈ ਕੀ ਕੀਤਾ ਹੈ। ਅਕਸਰ ਆਪਾਂ ਵੇਖਦੇ ਹਾਂ ਵਿਗੜੀਆਂ ਹੋਈਆਂ ਔਲਾਦਾਂ ਮਾਂ ਬਾਪ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਵਧੀਕੀਆਂ ਕਰਦੀਆਂ ਨੇ ਤੇ ਹੰਕਾਰ ਦੇ ਵਿੱਚ ਆ ਕੇ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਹੈ ਜੀ ਤੁਸੀਂ ਸਾਡੇ ਲਈ ਕੀ ਕੀਤਾ। ਭਾਈ ਸਾਹਿਬ ਕਹਿੰਦੇ, ਤੂੰ ਤੇ ਅਜੇ ਪੈਦਾ ਵੀ ਨਹੀਂ ਸੀ ਹੋਇਆ, ਉਦੋਂ ਪਹਿਲਾਂ ਮਾਂ ਨੇ ਤੇਰੀ ਖਾਤਰ ਤਰ੍ਹਾਂ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ, ਤਰ੍ਹਾਂ ਤਰ੍ਹਾਂ ਦੇ ਕਸ਼ਟ ਆਪਣੇ ਪਿੰਡੇ ਤੇ ਸਹਾਰਨੇ ਸ਼ੁਰੂ ਕਰ ਦਿੱਤੇ। ਆਪਣੀ ਰਸਨਾ ਨੂੰ ਉਹਨੂੰ ਸੰਕੋਚਣਾ ਪਿਆ, ਖਾਣ ਪੀਣ ਦਾ ਪਰਹੇਜ਼ ਰੱਖਣਾ ਪਿਆ, ਹਰ ਤਰ੍ਹਾਂ ਦਾ ਸਮਾਜ ਤੋਂ ਪਰਹੇਜ਼ ਰੱਖਣਾ ਪਿਆ ਤੇਰੀ ਖਾਤਰ। ਪਰ ਤੂੰ ਅੱਜ ਇੰਨਾ ਅਕਿਰਤ ਕਣ ਹੋਇਆ ਕਿ ਜਦੋਂ ਸਾਰਾ ਕੁਝ ਪ੍ਰਾਪਤ ਹੋ ਗਿਆ ਤੇ ਜਿਨ੍ਹਾਂ ਰਾਹੀਂ ਸਾਰਾ ਕੁਝ ਮਿਲਿਆ, ਅੱਜ ਤੂੰ ਉਹਨਾਂ ਦੇ ਨਾਲ ਉੱਚੇ ਨੀਵੇਂ ਬੋਲ ਰਿਹਾ। ਠਹਿਰ, ਭਾਈ ਗੁਰਦਾਸ ਸਾਹਿਬ ਕਹਿੰਦੇ, ਪੇਟ ਵਿੱਚ 10 ਮਾਂ ਰੱਖ, ਪੀੜਾ ਖਾਏ ਜਣੈ ਪੁੱਤ ਪਿਆਰੇ। ਜਣ ਕੈ ਪਾਲੈ ਕਸ਼ਟ ਕਰ, ਖਾਨ ਪਾਨ ਵਿੱਚ ਸੰਜਮ ਸਾਰੇ। ਹੁਣ ਬੱਚੇ ਦਾ ਸੰਸਾਰ ਅੰਦਰ ਹੋਇਆ ਜਨਮ ਹੋ ਗਿਆ, ਉਦੋਂ ਬਾਅਦ ਮਾਂ ਦੀਆਂ ਜ਼ਿੰਮੇਵਾਰੀਆਂ ਹੋਰ ਪਹਿਲਾਂ ਤੋਂ ਵੱਧ ਗਈਆਂ। ਬੱਚੇ ਦੇ ਖਾਣ ਪੀਣ ਦਾ ਹਰ ਤਰ੍ਹਾਂ ਦਾ ਧਿਆਨ ਮਾਂ ਨੂੰ ਰੱਖਣਾ ਪੈਂਦਾ ਹੈ, ਕਿਉਂਕਿ ਸਭ ਤੋਂ ਪਹਿਲਾਂ ਬੱਚੇ ਦੀ ਖੁਰਾਕ ਕੀ ਹੈ? ਮਾਂ ਦਾ ਦੁੱਧ। ਮਾਂ ਦਾ ਦੁੱਧ ਬੱਚੇ ਦੀ ਖੁਰਾਕ ਹੈ ਤੇ ਮਾਂ ਨੂੰ ਆਪ ਆਪਣੇ ਆਪ ਦੇ ਵਿੱਚ ਬਹੁਤ ਕੁਝ ਸੰਭਲ ਕੇ ਧਿਆਨ ਦੇ ਨਾਲ ਖਾਣਾ ਪੀਣਾ ਪੈਂਦਾ ਹੈ, ਕਿਉਂਕਿ ਜੋ ਮਾਂ ਨੇ ਖਾਧਾ ਹੈ ਉਹ ਮਾਂ ਦੇ ਖਾਧੇ ਹੋਏ ਦਾ ਜਿਹੜਾ ਅਸਰ ਹੈ ਮਾਂ ਦੇ ਦੁੱਧ ਦੇ ਰਾਹੀਂ ਬੱਚੇ ਦੇ ਸਰੀਰ ਤੇ ਵੀ ਪੈਂਦਾ ਹੈ। ਜਾਣਦੀਆਂ ਬੀਬੀਆਂ ਭੈਣਾਂ ਕਿ ਜੇ ਮਾਂ ਜਦੋਂ ਬੱਚੇ ਨੂੰ ਦੁੱਧ ਪਿਆਉਂਦੀ ਹੈ, ਜੋ ਆਪ ਕੁਝ ਖੱਟਾ ਖਾਂਦੀ ਹੈ, ਤੇ ਉਹਦਾ ਦੁੱਧ ਦੇ ਰਾਹੀਂ ਅਸਰ ਬੱਚੇ ਤੇ ਪੈਂਦਾ ਤੇ ਕਈ ਵਾਰ ਬੱਚਾ ਵੀ ਬਿਮਾਰ ਹੋ ਜਾਂਦਾ। ਤੇ ਛੋਟਾ ਬੱਚਾ ਜਦੋਂ ਬਿਮਾਰ ਹੁੰਦਾ ਹੈ ਤੇ ਡਾਕਟਰ ਦੇ ਕੋਲ ਆਪਾਂ ਜਾਂਦੇ, ਉਹ ਕੇਵਲ ਬੱਚੇ ਬਾਰੇ ਹੀ ਨਹੀਂ ਪੁੱਛਦਾ, ਨਾਲ ਮਾਂ ਬਾਰੇ ਵੀ ਪੁੱਛਦਾ ਕਿ ਤੂੰ ਕੀ ਖਾਧਾ ਪੀਤਾ ਸੀ ਜਿਹਦਾ ਅਸਰ ਬੱਚੇ ਦੇ ਉੱਪਰ ਹੋਇਆ ਤੇ ਬੱਚਾ ਬਿਮਾਰ ਹੋ ਗਿਆ। ਸੋ ਬਹੁਤ ਕੁਝ ਮਨ ਕਰਦਾ ਹੈ ਖਾਣ ਦੇ ਲਈ, ਪਰ ਮਾਂ ਨਹੀਂ ਖਾਂਦੀ ਪਈ। ਉਹਦਾ ਕਾਰਨ ਕੀ ਹੈ ਕਿ ਕਿਧਰੇ ਮੇਰਾ ਬੱਚਾ ਨਾ ਬਿਮਾਰ ਹੋ ਜਾਵੇ, ਕਿਧਰੇ ਮੇਰੇ ਬੱਚੇ ਦੇ ਨਾਲ ਕੁਝ ਵਾਧ ਕਾਟ ਨਾ ਹੋ ਜਾਏ। ਭਾਈ ਗੁਰਦਾਸ ਸਾਹਿਬ ਕਹਿੰਦੇ, ਜਣ ਕੈ ਪਾਲੈ ਕਸ਼ਟ ਕਰ, ਖਾਨ ਪਾਨ ਵਿੱਚ ਸੰਜਮ ਸਾਰੇ। ਮਾਂ ਨੂੰ ਖਾਣ ਪੀਣ ਦੇ ਵਿੱਚ ਬੜੇ ਤਰ੍ਹਾਂ ਦੇ ਸੰਜਮ ਰੱਖਣੇ ਪੈਂਦੇ ਨੇ, ਔਲਾਦ ਦੇ ਲਈ, ਬੱਚੇ ਦੇ ਲਈ। ਫਿਰ ਥੋੜਾ ਜਿਹਾ ਬੱਚਾ ਵੱਡਾ ਹੋਇਆ, ਮਾਂ ਆਪ ਗਿੱਲੇ ਪੈਂਦੀ ਹੈ, ਬੱਚੇ ਨੂੰ ਸੁੱਕੇ ਪਾਉਂਦੀ ਹੈ। ਕਈ ਵਾਰ ਮਾਂ ਭੋਜਨ ਖਾ ਰਹੀ ਹੈ, ਬੱਚੇ ਨੇ ਕੁਝ ਮੂਤਰ ਆਦਿਕ ਕਰ ਦਿੱਤਾ, ਮਾਂ ਨੂੰ ਖਾਣਾ ਵਿੱਚੇ ਛੱਡ ਕੇ ਤੇ ਬੱਚੇ ਨੂੰ ਸਾਫ ਸਫਾਈ ਬੱਚੇ ਦੀ ਕਰਨੀ ਪੈਂਦੀ ਹੈ। ਮਾਂ ਇਹ ਪਰਵਾਹ ਨਹੀਂ ਕਰਦੀ ਹੈ ਕਿ ਮੈਂ ਖਾਣਾ ਖਾਂਦੀ ਪਈ ਹਾਂ ਤੇ ਹੁਣ ਕਿੱਥੇ ਗੰਦਗੀ 'ਚ ਹੱਥ ਮਾਰਾਂ। ਬਲਕਿ ਜਦੋਂ ਔਲਾਦ ਦੇ ਫਰਜ਼ ਦੀ ਗੱਲ ਆਉਂਦੀ ਹੈ
ਤੇ ਬੱਚਿਆਂ ਦੇ ਸਾਹਮਣੇ ਮਾਂ-ਬਾਪ ਬੜੀ ਐਸੀਆਂ ਅਕਿਰਤ ਘਣ ਔਲਾਦਾਂ ਹਨ, ਜੇ ਬਜ਼ੁਰਗ ਬਾਪੂ ਲਾਗੇ ਖਾਂਦਿਆਂ ਖੰਘ ਵੀ ਦਵੇ ਤੇ ਉਹਦੇ ਨਾਲ ਉੱਚਾ ਬੋਲਣਾ ਸ਼ੁਰੂ ਕਰ ਦਿੰਦੇ ਹਨ ਕਿ ਸਾਡੇ ਖਾਣੇ ਖਾਂਦਿਆਂ ਤੂੰ ਵਿੱਚੇ ਹੀ ਖੰਗੀ ਜਾਂਦਾ ਹੈ। ਇੱਕ ਉਹ ਸਮਾਂ ਸੀ ਜਦੋਂ ਭਾਈ ਗੁਰਦਾਸ ਸਾਹਿਬ ਕਹਿੰਦੇ ਮਾਂ ਨੇ ਖਾਣਾ ਖਾਂਦਿਆਂ ਵੀ ਤੇਰੀ ਗੰਦਗੀ ਨੂੰ ਸਾਫ਼ ਕੀਤਾ, ਆਪਣੇ ਬੱਚੇ ਨੂੰ ਸਾਫ਼ ਕੀਤਾ। ਤੇ ਇੱਕ ਅੱਜ ਐਸਾ ਸਮਾਂ ਜਦੋਂ ਤੇਰਾ ਫਰਜ਼ ਬਣਦਾ ਸੀ ਉੱਥੇ ਤੂੰ ਅਕਿਰਤ ਕਣ ਹੋ ਕੇ ਬਹਿ ਗਿਆ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਗੁੜਤੀ ਦੇ ਪਿਲਾਏ ਦੁੱਧ, ਘੁੱਟੀ ਵੱਟੀ ਦੇ ਨਿਹਾਰੇ। ਬੱਚੇ ਨੂੰ ਗੁੜਤੀਆਂ ਦਿੰਦੀ ਹੈ ਮਾਂ, ਦੁੱਧ ਪਿਲਾਉਂਦੀ ਹੈ। ਹੋਰ ਜੋ ਜੋ ਬੱਚੇ ਦੇ ਲਈ ਬਿਹਤਰ ਤੋਂ ਬਿਹਤਰ ਹੁੰਦਾ ਹੈ, ਅਕਸਰ ਮਾਂ-ਬਾਪ, ਹਰ ਮਾਂ-ਬਾਪ ਚਾਹੁੰਦਾ ਹੈ ਕਿ ਮੇਰੇ ਬੱਚੇ ਦੇ ਲਈ ਜੋ ਵੀ ਚੀਜ਼ਾਂ ਸਹੂਲਤਾਂ ਹਨ, ਜਿੰਨੀ ਮੇਰੀ ਸਮਰੱਥਾ ਉਹਦੇ ਮੁਤਾਬਕ ਮੈਂ ਵਧੀਆ ਤੋਂ ਵਧੀਆ ਸਹੂਲਤਾਂ ਬੱਚੇ ਨੂੰ ਦੇਵਾਂ। ਆਪ ਭਾਵੇਂ ਬੰਦਾ ਕੁਝ ਥੋੜਾ ਖਾ ਲਵੇ, ਮਾੜਾ ਖਾ ਲਵੇ, ਪਰ ਆਪਣੀ ਔਲਾਦ, ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਖਵਾਉਣ ਪਹਿਨਾਉਣ ਦਾ ਯਤਨ ਕਰਦਾ ਹੈ। ਸਾਧਨ ਭੋਜਨ ਭੁੱਖਿਆ ਭੱਦਣ ਮੰਗਣ ਪੜਨ ਚਿਤਾਰੇ। ਸਮੇਂ ਦੇ ਨਾਲ ਅੱਗੇ ਤੋਂ ਅੱਗੇ ਜ਼ਿੰਮੇਵਾਰੀਆਂ ਤੇ ਫਰਜ਼ ਬਦਲਦੇ ਗਏ। ਹੁਣ ਬੱਚਾ ਸਹਿਜੇ ਸਹਿਜੇ ਵੱਡਾ ਹੋ ਗਿਆ, ਉਹਨੂੰ ਧਰਮ ਦੀ ਸਿੱਖਿਆ ਦੇਣੀ ਹੈ, ਮਾਂ-ਬਾਪ ਉਹ ਸਿੱਖਿਆ ਦਾ ਪ੍ਰਬੰਧ ਕਰਦੇ ਹਨ। ਉਦੋਂ ਬਾਅਦ ਬੱਚੇ ਦੀਆਂ ਫਰਮਾਇਸ਼ਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਭ ਤੋਂ ਪਹਿਲਾਂ ਤੇ ਉਹਦੀ ਲੋੜ ਕੇਵਲ ਮਾਂ ਦਾ ਦੁੱਧ ਹੀ ਹੈ, ਪਰ ਸਮੇਂ ਦੇ ਨਾਲ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ, ਆਪਾਂ ਅਕਸਰ ਜਾਣਦੇ ਹਾਂ ਛੋਟੇ ਛੋਟੇ ਬੱਚੇ ਬਹੁਤੀ ਜਿੱਦ ਕਰਦੇ ਹਨ ਤੇ ਕਈ ਵਾਰ ਕਈ ਚੀਜ਼ਾਂ ਸਾਡੀ ਸਮਰੱਥਾ ਨਹੀਂ ਵੀ ਹੁੰਦੀ ਹੈ, ਸਾਨੂੰ ਤਾਂ ਵੀ ਲੈ ਕੇ ਦੇਣੀਆਂ ਪੈਂਦੀਆਂ ਨੇ। ਬੱਚੇ ਦੀ ਜਿੱਦ ਦੀ ਖਾਤਰ, ਬੱਚੇ ਦੇ ਪਿਆਰ ਮੋਹ ਤੇ ਸਨੇਹ ਦੀ ਖਾਤਰ ਆਪਾਂ ਬਹੁਤ ਕੁਝ ਬੱਚਿਆਂ ਨੂੰ ਲੈ ਕੇ ਦਿੰਦੇ ਹਾਂ। ਉਦੋਂ ਬਾਅਦ ਤੀਜੀ ਗੱਲ ਭਾਈ ਗੁਰਦਾਸ ਸਾਹਿਬ ਕਹਿੰਦੇ ਆਉਂਦੀ ਹੈ ਪੜ੍ਹਨ ਦੀ। ਔਰ ਹਰ ਮਾਂ-ਬਾਪ ਆਪਣੇ ਬੱਚੇ ਨੂੰ ਪੜ੍ਹਾਉਣਾ ਚਾਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ 7-8 ਵਰ੍ਹਿਆਂ ਦੇ ਹੋਏ ਤੇ ਮਹਿਤਾ ਕਾਲੂ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੋਪਾਲ ਪਾਂਧੇ ਦੇ ਕੋਲ ਲੈ ਕੇ ਗਏ ਹਨ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਛੋਟੀ ਉਮਰ ਪਿਤਾ ਜੀ ਗੋਪਾਲ ਪਾਂਧੇ ਦੇ ਕੋਲ ਜਦੋਂ ਲੈ ਕੇ ਗਏ ਤੇ ਕੁਝ ਮਿੱਠਾ ਉਹਨਾਂ ਨੇ ਨਾਲ ਖੜਿਆ, ਕੁਝ ਹੋਰ ਭੇਟਾ। ਜੋ ਉਸ ਵਕਤ ਇੱਕ ਰਿਵਾਜ ਚੱਲਦਾ ਸੀ ਕਿ ਜਦੋਂ ਕਿਸੇ ਉਸਤਾਦ ਦੇ ਕੋਲ, ਅਧਿਆਪਕ ਦੇ ਕੋਲ ਬੱਚੇ ਨੂੰ ਪੜ੍ਹਾਉਣ ਦੇ ਲਈ ਲੈ ਕੇ ਜਾਣਾ ਹੈ, ਪਹਿਲੇ ਦਿਨ ਕੁਝ ਨਾ ਕੁਝ ਉਸ ਉਸਤਾਦ ਪਾਂਧੇ ਦੇ ਲਈ ਮਾਣ ਸਨਮਾਨ ਵਜੋਂ ਨਾਲ ਲਿਜਾਇਆ ਜਾਂਦਾ ਸੀ। ਉੱਥੇ ਫਿਰ ਸਾਡੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਗੋਪਾਲ ਪਾਂਧੇ ਤੇ ਮਹਿਤਾ ਕਾਲੂ ਦੇ ਵਿੱਚ ਜਦੋਂ ਵਿਚਾਰ ਚੱਲਦੀ ਹੈ ਕਿ ਬੱਚੇ ਨੂੰ ਪੜ੍ਹਾਉਣਾ ਕਿਉਂ ਜ਼ਰੂਰੀ ਹੈ, ਜਾਂ ਮਾਂ-ਬਾਪ ਦਾ ਇਹਦੇ ਪ੍ਰਤੀ ਕੀ ਫਰਜ਼ ਹੈ। ਤੇ ਉੱਥੇ ਸਾਡੇ ਇਤਿਹਾਸਕ ਗ੍ਰੰਥਾਂ 'ਚ, ਪੁਰਾਤਨ ਜਨਮ ਸਾਖੀਆਂ 'ਚ, ਗੁਰਪ੍ਰਤਾਪ ਸੂਰਜ ਗ੍ਰੰਥ, ਤਵਾਰੀਖ ਪੰਥ ਪ੍ਰਕਾਸ਼ 'ਚ ਲਿਖਿਆ ਮਿਲਦਾ ਹੈ ਕਿ ਮਹਿਤਾ ਕਾਲੂ ਕਹਿਣ ਲੱਗੇ, ਮੈਂ ਸਮਝਦਾ ਹਾਂ ਕਿ ਦੁਨੀਆ ਦਾ ਸਭ ਤੋਂ ਵੱਡਾ ਹਥਿਆਰਾ ਤੇ ਪਾਪੀ ਉਹ ਹੈ ਜਿਹੜਾ ਆਪਣੇ ਬੱਚੇ ਨੂੰ ਪੜ੍ਹਾਉਂਦਾ ਨਹੀਂ ਹੈ। ਜਿਹੜੇ ਮਾਂ-ਬਾਪ ਆਪਣੇ ਬੱਚੇ ਨੂੰ ਪੜ੍ਹਾਉਂਦੇ ਨਹੀਂ ਹਨ, ਉਹ ਆਪਣੇ ਬੱਚੇ, ਆਪਣੀ ਔਲਾਦ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਸੋ ਮਾਂ-ਬਾਪ ਦਾ ਇਹ ਇੱਕ ਫਰਜ਼ ਹੁੰਦਾ ਹੈ ਕਿ ਉਹ ਆਪਣੇ ਬੱਚੇ ਨੂੰ ਵਧੀਆ ਤੋਂ ਵਧੀਆ ਤਾਲੀਮ ਦੇਣ, ਵਧੀਆ ਤੋਂ ਵਧੀਆ ਪੜ੍ਹਾਈ ਕਰਵਾਉਣ, ਤੇ ਆਪਾਂ ਅਕਸਰ ਕਰਵਾਉਂਦੇ ਵੀ ਹਾਂ। ਹੁਣ ਭਾਈ ਗੁਰਦਾਸ ਸਾਹਿਬ ਕਹਿੰਦੇ ਪਾਂਧੇ ਪਾਸ ਪੜ੍ਹਾਇਆ, ਖੱਟ ਲੁਟਾਏ ਹੋਏ ਸਚਿਆਰੇ। ਸਮੇਂ ਦੇ ਨਾਲ ਜਦੋਂ ਬੱਚਾ ਵੱਡਾ ਹੋਇਆ, ਇੱਕ ਪਾਂਧੇ ਅਧਿਆਪਕ ਦੇ ਕੋਲ ਬੱਚੇ ਨੂੰ ਮਾਂ-ਬਾਪ ਨੇ ਪੜ੍ਹਨੇ ਪਾਇਆ। ਅੱਜ ਦੇ ਸਮੇਂ 'ਚ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਵਧੀਆ ਤੋਂ ਵਧੀਆ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਖੱਟ ਲਟਾਏ ਹੋਏ ਸਚਿਆਰੇ। ਤੇ ਪੜ੍ਹਾਈਆਂ ਦਾ ਖਰਚਾ ਇੰਨਾ ਜ਼ਿਆਦਾ ਸੀ, ਭਾਈ ਸਾਹਿਬ ਕਹਿੰਦੇ ਕਿ ਮਾਂ-ਬਾਪ ਨੇ ਜੋ ਅੱਜ ਤੱਕ ਖੱਟ ਕੇ ਰੱਖਿਆ ਸੀ, ਕਮਾ ਕੇ ਰੱਖਿਆ ਸੀ, ਸਾਰਾ ਕੁਝ ਬੱਚੇ ਦੀ ਪੜ੍ਹਾਈ ਦੀ ਖਾਤਰ ਉਹਨਾਂ ਨੇ ਲੁਟਾ ਦਿੱਤਾ, ਲਗਾ ਦਿੱਤਾ। ਕਾਰਨ ਕੀ ਕਿ ਸਾਡਾ ਬੱਚਾ ਵਧੀਆ ਤੋਂ ਵਧੀਆ ਪੜ੍ਹਨਾ ਚਾਹੀਦਾ ਹੈ, ਤਾਂ ਕਿ ਕੱਲ੍ਹ ਨੂੰ ਸਮਾਜ ਅੰਦਰ ਵਿਚਰਦਿਆਂ ਇੱਕ ਤੇ ਉਹ 4 ਟਕੇ ਕਮਾਉਣ ਦੇ ਯੋਗ ਹੋਵੇ। ਕਿਉਂਕਿ ਪੜ੍ਹਾਈ
ਪੜ੍ਹਾਈ ਦੇ ਕਈ ਲਾਭ ਹਨ। ਹਾਲਾਂਕਿ ਸਭ ਤੋਂ ਪਹਿਲੇ ਨੰਬਰ ਤੇ ਪੜ੍ਹਾਈ ਕਿਉਂ ਪੜ੍ਹਨਾ ਚਾਹੀਦਾ ਹੈ, ਇਹਦਾ ਕਾਰਨ ਇਹ ਹੈ ਕਿ ਇਨਸਾਨ ਇੱਕ ਨੇਕ ਇਨਸਾਨ ਬਣੇ, ਉਹਦੇ ਲਈ ਵਿਦਿਆ, ਇਲਮ ਤੇ ਗਿਆਨ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਵਿਦਿਆ ਦੇ ਸਹਾਰੇ, ਇਲਮ ਤੇ ਗਿਆਨ ਦੇ ਸਹਾਰੇ ਹੀ ਸਾਨੂੰ ਅਕਲ ਮਿਲਦੀ ਹੈ, ਸੂਝ-ਬੂਝਤਾ ਮਿਲਦੀ ਹੈ। ਤੇ ਜੇ ਆਪਾਂ 4 ਅੱਖਰ ਪੜ੍ਹ ਕੇ ਵੀ ਅਕਲ ਦੇ ਧਾਰਨੀ ਨਹੀਂ ਹੋਏ, ਤੇ ਫਿਰ ਗੁਰੂ ਨੇ ਇਹ ਵੀ ਕਿਹਾ ਹੈ ਕਿ ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰਾ। ਹਜੂਰ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਇੱਕ ਵਿਦਵਾਨ ਦੇ ਬੜੇ ਪਿਆਰੇ ਬੋਲ ਹਨ, ਉਹ ਕਹਿੰਦਾ ਇਲਮ ਕੋ ਪੜ੍ਹ ਕਰ ਆਲਮ कहलाया तो क्या हुआ, इल्म को पढ़कर उस पे चलना न आया तो क्या हुआ, इल्म का पढ़ना पढ़ाना इसी पे है कि उस पे अमल किया जाए वरना यूं ही वक्त गवाया तो क्या हुआ। जे पढ़ के पढ़े होए ते अमल ना किया फिर पढ़े दा लाभ की है। सब तो पहले नंबर ते पढ़ना इस करके जरूरी है कि साडा मानसिक तौर ते विकास होवे, सानू कुछ अकल मिले, सानू समझ पवे कि साडियां परिवार समाज प्रति की जिम्मेवारियां ने, ये असी सिखदे हां। फिर बंदा पढ़ के ਅਸੀਂ 4 ਟਕੇ ਕਿੱਦਾਂ ਕਮਾਉਣੇ ਹਨ, ਧਨ ਕਿੱਦਾਂ ਕਮਾਉਣਾ ਹੈ, ਸਾਨੂੰ ਇਹਦੀ ਸੂਝ-ਬੂਝਤਾ ਵੀ ਪੜ੍ਹ ਕੇ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਦੁਨਿਆਵੀ ਤੌਰ ਤੇ ਜਾਂ ਸਮਾਜਿਕ ਤੌਰ ਤੇ ਆਪਾਂ ਤਰੱਕੀ ਕਿੱਦਾਂ ਕਰਨੀ ਹੈ, ਅੱਗੇ ਕਿੱਦਾਂ ਵਧਣਾ ਹੈ, ਇਹ ਵੀ ਸਾਨੂੰ ਪੜ੍ਹ ਕੇ ਹੀ ਪਤਾ ਲੱਗਦਾ ਹੈ। ਇਹਦਾ ਗਿਆਨ ਵੀ ਸਾਨੂੰ ਪੜ੍ਹ ਕੇ ਪ੍ਰਾਪਤ ਹੁੰਦਾ ਹੈ। ਇਸ ਕਰਕੇ ਪੜ੍ਹਨਾ ਹਰ ਇੱਕ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਪੜ੍ਹਾਈ ਵੱਧ ਤੋਂ ਵੱਧ ਪੁਸਤਕਾਂ ਨੂੰ ਪੜ੍ਹਨਾ। ਵਿਚਾਰਵਾਨ ਸਿਆਣਿਆਂ ਦਾ ਕਥਨ ਹੈ ਕਿ ਜੀਵਨ ਸਫਲਤਾ ਦੀ ਜਿਹੜੀ ਮੰਜ਼ਿਲ ਹੈ, ਉਹਦਾ ਜਿਹੜਾ ਰਸਤਾ ਹੈ ਉਹ ਕਿਤਾਬਾਂ 'ਚੋਂ ਹੋ ਕੇ ਨਿਕਲਦਾ ਹੈ। ਕਿਤਾਬਾਂ 'ਚੋਂ ਹੋ ਕੇ, ਪੁਸਤਕਾਂ 'ਚੋਂ। ਜਿਹੜਾ ਜਿੰਨਾ ਜ਼ਿਆਦਾ ਪੜ੍ਹਦਾ ਹੈ ਉਹਨੂੰ ਓਨੀ ਜ਼ਿਆਦਾ ਸੂਝ-ਬੂਝਤਾ, ਸਮਝ ਤੇ ਅਕਲ ਮਿਲਦੀ ਹੈ। ਭਾਵੇਂ ਕਿ ਗੁਰੂ ਸਾਹਿਬ ਨੇ ਕਿਹਾ ਹੈ ਕਿ ਤੂੰ ਪੜ੍ਹ ਕੇ ਨਾਲ ਦੀ ਨਾਲ ਕੁਝ ਚੀਜ਼ਾਂ ਹੋਰ ਵੀ ਸਮਝ ਕੇ ਚੱਲਣੀਆਂ ਹਨ ਤਾਂ ਕਿ ਤੇਰਾ ਪੜ੍ਹਿਆ ਹੋਇਆ ਸਕਾਰਤ ਹੋਵੇ। ਜੋ ਪੜ੍ਹ ਰਿਹਾ ਹੈ ਉਹਨੂੰ ਬੁੱਝਣਾ ਹੈ, ਉਹਨੂੰ ਸਮਝਣਾ, ਉਹਨੂੰ ਜੀਵਨ ਦੇ ਅੰਦਰ ਹੰਡਾਉਣਾ ਤੇ ਕਮਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਖੈਰ, ਪੜ੍ਹਾਈਆਂ ਦੇ ਅੱਜ ਵੀ ਆਪਾਂ ਜਾਣਦੇ ਹਾਂ ਕਿ ਕਿੰਨੇ ਜ਼ਿਆਦਾ ਖਰਚੇ ਹਨ, ਤੇ ਜੋ ਅਸੀਂ ਕਮਾਉਂਦੇ ਹਾਂ ਅਕਸਰ ਉਹਦੇ 'ਚੋਂ ਬਹੁਤਾ ਸਾਨੂੰ ਆਪਣੀ ਔਲਾਦ, ਆਪਣੇ ਬੱਚਿਆਂ ਦੀਆਂ ਪੜ੍ਹਾਈਆਂ 'ਤੇ ਲਗਾਉਣਾ ਪੈਂਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਪਾਂਧੇ ਪਾਸ ਪੜ੍ਹਾਇਆ, ਖੱਟ ਲਟਾਏ ਹੋਏ ਸਚਿਆਰੇ। ਬੱਚੇ ਨੂੰ ਮਾਂ ਬਾਪ ਨੇ ਪਾਂਧੇ ਦੇ ਕੋਲ ਪੜ੍ਹਾਇਆ। ਜੋ ਉਹਨਾਂ ਨੇ ਜ਼ਿੰਦਗੀ ਭਰ ਕਮਾਇਆ ਸੀ ਉਹ ਸਾਰਾ ਕੁਝ ਆਪਣੀ ਔਲਾਦ ਦੀ ਖਾਤਰ ਲਟਾ ਦਿੱਤਾ, ਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਉਹ ਸੁਰਖਰੂ ਹੋਏ ਕਿ ਕੱਲ ਨੂੰ ਇਹ ਨਾ ਕੋਈ ਕਵੇ ਕਿ ਇਹਨਾਂ ਨੇ ਔਲਾਦ ਨੂੰ ਪੜ੍ਹਾਇਆ ਨਹੀਂ ਹੈ ਤੇ ਮਾਂ-ਬਾਪ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ। ਅਰਨਿਤ ਹੋਏ ਭਾਰ ਉਤਾਰੇ। ਇਹਦਾ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਇੱਕ ਕਰਜ਼ ਸੀ ਜਾਂ ਜਿਹੜਾ ਇੱਕ ਫਰਜ਼ ਸੀ ਮਾਂ-ਬਾਪ ਦਾ ਬੱਚੇ ਦੇ ਪ੍ਰਤੀ, ਔਲਾਦ ਦੇ ਪ੍ਰਤੀ, ਮਾਂ-ਬਾਪ ਨੇ ਆਪਣਾ ਫਰਜ਼ ਬਾਖੂਬੀ ਤਰੀਕੇ ਦੇ ਨਾਲ ਨਿਭਾਇਆ। ਮਾਂ ਨੇ ਜਦੋਂ ਬੱਚੇ ਦਾ ਜਨਮ ਅਜੇ ਉਦਰ ਅੰਦਰ ਹੋਇਆ ਸੀ, ਉੱਥੋਂ ਹੀ ਬੱਚੇ ਦੀ ਪਰਵਰਿਸ਼ ਨੂੰ ਆਰੰਭ ਕਰ ਦਿੱਤਾ ਤੇ ਅਗਾਂਹ ਬੱਚੇ ਦੀ ਪੜ੍ਹਾਈ ਤੱਕ ਜਿੰਨੀਆਂ ਜ਼ਿੰਮੇਵਾਰੀਆਂ ਸਨ ਸਾਰੀਆਂ ਬਰਾਬਰ ਤਰੀਕੇ ਦੇ ਨਾਲ ਨਿਭਾਈਆਂ। ਗੁਰਬਾਣੀ 'ਚ ਸਤਿਗੁਰੂ ਜੀ ਨੇ ਇੱਕ ਮਾਂ ਪ੍ਰਤੀ ਕਈ ਪੱਖ ਦੇ ਪ੍ਰਮਾਣ ਦਿੱਤੇ ਹਨ, ਕਿਉਂਕਿ ਮਾਂ ਦੀ ਗੋਦ ਬੱਚੇ ਦੀ ਪਹਿਲੀ ਪਾਠਸ਼ਾਲਾ ਹੈ, ਜਿੱਥੋਂ ਬੱਚੇ ਨੇ ਧਰਮ ਵੀ ਸਿੱਖਣਾ ਹੈ, ਦੁਨੀਆ ਬਾਰੇ ਵੀ ਸਿੱਖਣਾ, ਪਰਿਵਾਰ ਬਾਰੇ, ਸਮਾਜ ਬਾਰੇ ਸਿੱਖਣਾ ਹੈ। ਤੇ ਮਹਾਰਾਜ ਕਹਿੰਦੇ ਉੱਥੇ ਮਾਂ ਦਾ ਫਰਜ਼ ਬਣਦਾ ਹੈ ਕਿ ਠੀਕ ਹੈ, ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਸਾਡਾ ਬੱਚਾ ਸਿਆਣਾ ਹੋਵੇ, ਸਾਡਾ ਬੱਚਾ ਧਨ ਕਮਾਉਣ ਦੀ, ਮਾਇਆ ਕਮਾਉਣ ਦੀ ਸਮਝ ਰੱਖਣ ਵਾਲਾ ਹੋਵੇ। ਪਰ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਜ਼ਿੰਮੇਵਾਰੀ ਸਤਿਗੁਰੂ ਬਾਣੀ 'ਚ ਕਹਿੰਦੇ ਮਾਂ ਦੀ ਬਣਦੀ, ਉਹ ਹੈ ਬੱਚੇ ਨੂੰ ਧਰਮ ਦੀ ਗੁੜਤੀ ਦੇਣੀ। ਜਿਵੇਂ ਬਾਬਾ ਫਰੀਦ ਸਾਹਿਬ ਦੀ ਮਾਂ, ਕਿਉਂਕਿ ਛੋਟਾ ਬੱਚਾ ਹੁੰਦਾ ਹੈ, ਉਹਨੂੰ ਕੋਈ ਨਾ ਕੋਈ ਲਾਲਚ ਦੇਣਾ ਪੈਂਦਾ ਹੈ, ਬੱਚਾ ਤਾਂ ਮੰਨਦਾ ਹੈ। ਤੇ ਫਰੀਦ ਸਾਹਿਬ ਦੇ ਮਾਂ ਫਰੀਦ ਸਾਹਿਬ ਨੂੰ ਸ਼ੱਕਰ ਦਾ ਲਾਲਚ ਦਿੰਦੇ ਸਨ ਕਿ ਨਮਾਜ਼ ਅਦਾ ਕਰ, ਖੁਦਾ ਸ਼ੱਕਰ ਦੇਵੇਗਾ।
ਫਰੀਦ ਨੇ ਅੱਖਾਂ ਬੰਦ ਕਰਨੀਆਂ, ਦੋਵੇਂ ਹੱਥ ਅੱਗੇ ਕਰ ਤੇ ਨਮਾਜ਼ ਅਦਾ ਕਰਨੀ। ਮਾਂ ਨੇ ਮੁਸੱਲੇ ਕੱਪੜੇ ਦੇ ਥੱਲੇ ਸ਼ੱਕਰ ਕੌਲੀ 'ਚ ਪਾ ਕੇ ਰੱਖ ਦੇਣੀ ਤੇ ਫਰੀਦ ਨੇ ਉਹ ਲਾਲਚ ਕਰਕੇ ਨਮਾਜ਼ 'ਚ ਰੋਜ਼ ਜੁੜ ਜਾਣਾ, ਨਮਾਜ਼ ਅਦਾ ਕਰਨੀ। ਇੱਦਾਂ ਫਿਰ ਜੁੜਦਿਆਂ ਇੱਕ ਸਮਾਂ ਐਸਾ ਬਣ ਗਿਆ ਜਦੋਂ ਫਰੀਦ ਇਹ ਰਸਾਂ ਦੇ ਲਾਲਸਾ ਤੋਂ ਬਹੁਤ ਉੱਪਰ ਉੱਠ ਗਏ, ਜਿੱਥੇ ਜਾ ਕੇ ਉਹਨਾਂ ਆਪ ਕਹਿ ਦਿੱਤਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਹੁਣ ਜੇ ਫਰੀਦ ਉਸ ਅਵਸਥਾ ਤੇ ਪਹੁੰਚੇ ਹਨ, ਅੱਜ ਧੰਨ ਬਾਬਾ ਫਰੀਦ ਸਾਹਿਬ ਦੇ ਚਰਨਾਂ 'ਚ ਕੁੱਲ ਕਾਇਨਾਤ ਕੁੱਲ ਦੁਨੀਆ ਸੀਸ ਨਵਾਉਂਦੀ ਹੈ, ਤੇ ਉਹ ਅਵਸਥਾ ਤੱਕ ਫਰੀਦ ਦੇ ਪਹੁੰਚਣ ਪਿੱਛੇ ਬਹੁਤ ਵੱਡਾ ਇੱਕ ਯੋਗਦਾਨ ਹੈ ਉਹਨਾਂ ਦੀ ਮਾਂ ਦਾ। ਹਜੂਰ ਬਾਣੀ 'ਚ ਕਹਿੰਦੇ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਜਿਸ ਔਲਾਦ ਦੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਨਹੀਂ ਵਸਿਆ ਤੇ ਐਸੀ ਔਲਾਦ ਨਾਲੋਂ ਤੇ ਚੰਗਾ ਸੀ ਕਿ ਉਹ ਇਸਤਰੀ ਬਾਂਝ ਹੀ ਰਹਿ ਜਾਂਦੀ, ਬੱਚੇ ਨੂੰ ਜਨਮ ਹੀ ਨਾ ਦਿੰਦੀ, ਜੇ ਉਹਨੇ ਬੱਚੇ ਨੂੰ ਕੋਈ ਧਰਮ ਦੀ ਗੁੜਤੀ ਨਹੀਂ ਦਿੱਤੀ ਹੈ। ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇ ਫਿਰੈ ਬਿਨ ਨਾਮੈ ਓਏ ਖੱਪ ਖੱਪ ਮੂਏ ਕਰਾਂਝਾ। ਤੁਲਸੀਦਾਸ ਦੇ ਬੋਲ ਹਨ ਕਿ ਜਨਨੀ ਜਨੈ ਤਾਂ ਭਗਤ ਜਾਣੈ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੈ ਨੂਰ। ਇੱਕ ਮਾਂ ਨੇ ਜੇ ਬੱਚੇ ਨੂੰ ਜਨਮ ਦਿੱਤਾ, ਉਹਦਾ ਫਰਜ਼ ਬਣਦਾ ਉਹ ਬੱਚੇ ਨੂੰ ਜਾਂ ਤੇ ਦਾਤਾ ਬਣਾਵੇ, ਜਾਂ ਉਹ ਬੱਚੇ ਨੂੰ ਭਗਤ ਬਣਾਵੇ, ਜਾਂ ਉਹਦਾ ਬੱਚਾ ਸੂਰਮਾ ਯੋਧਾ ਬਣੇ। ਤੇ ਜਿਸ ਮਾਂ ਦੀ ਔਲਾਦ ਅੰਦਰ ਇਹਨਾਂ ਤਿੰਨਾਂ ਗੁਣਾਂ 'ਚੋਂ ਇੱਕ ਵੀ ਗੁਣ ਨਹੀਂ ਹੈ, ਜਿਹੜੀ ਮਾਂ ਆਪਣੀ ਔਲਾਦ ਅੰਦਰ ਤਿੰਨਾਂ ਗੁਣਾਂ 'ਚੋਂ ਇੱਕ ਵੀ ਗੁਣ ਭਰ ਨਹੀਂ ਸਕੀ ਹੈ, ਤੇ ਫਿਰ ਕਹਿੰਦੇ ਇੱਦਾਂ ਦੀ ਔਲਾਦ ਨਾਲੋਂ ਤੇ ਚੰਗਾ ਸੀ ਉਹ ਬੱਚੇ ਨੂੰ ਨਾ ਹੀ ਜਨਮ ਦਿੰਦੀ। ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੈ ਨੂਰ। ਸੋ ਠੀਕ ਹੈ, ਮਾਂ ਬਾਪ ਦਾ ਇਕੱਲੀ ਮਾਂ ਦੀ ਗੱਲ ਨਹੀਂ ਹੈ, ਨਾਲ ਦੀ ਨਾਲ ਪਿਤਾ ਦਾ ਵੀ ਬਰਾਬਰ ਪ੍ਰੋਪਰ ਓਨਾ ਹੀ ਫਰਜ਼ ਬਣਦਾ ਹੈ ਜਿੰਨਾ ਮਾਂ ਦਾ ਫਰਜ਼ ਹੈ। ਹਾਲਾਂਕਿ ਕਿਉਂਕਿ ਆਦਮੀ ਬਹੁਤਾ ਸਮਾਂ ਘਰੋਂ ਬਾਹਰ ਰਹਿ ਕੇ ਕਮਾਉਂਦਾ, ਖੱਟਦਾ, ਸੰਸਾਰ ਦੇ ਵਿਹਾਰਾਂ 'ਚ ਰਹਿੰਦਾ ਹੈ, ਤੇ ਔਲਾਦ ਦਾ ਇੱਕ ਤੇ ਮੋਹ ਪਿਤਾ ਨਾਲੋਂ ਮਾਂ ਦੇ ਨਾਲ ਜ਼ਿਆਦਾ ਹੁੰਦਾ ਹੈ। ਬੱਚੇ ਮਾਂ ਦੇ ਸੰਪਰਕ, ਮਾਂ ਦੇ ਕੋਲ ਬਹੁਤਾ ਸਮਾਂ ਰਹਿੰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਮਾਂ ਦੀ ਜ਼ਿੰਮੇਵਾਰੀ ਪਿਤਾ ਦੀ ਜ਼ਿੰਮੇਵਾਰੀ ਤੋਂ ਵੀ ਜ਼ਿਆਦਾ ਬਣਦੀ ਹੈ। ਹਾਲਾਂਕਿ ਪਿਤਾ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਫਰਜ਼ ਹਨ ਔਲਾਦ ਪ੍ਰਤੀ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ, ਜਾਂ ਸਤਿਗੁਰੂ ਬਾਣੀ 'ਚ ਕਹਿੰਦੇ, ਜੇ ਆਪਾਂ ਦੁਨਿਆਵੀ ਤੌਰ ਤੇ ਆਪਣੇ ਬੱਚੇ ਨੂੰ ਹਰ ਪੱਖ ਦੀ ਸਿੱਖਿਆ ਦਿੰਦੇ ਹਾਂ ਤੇ ਸਾਡਾ ਫਰਜ਼ ਬਣਦਾ ਹੈ ਕਿ ਨਾਲ ਦੀ ਨਾਲ ਧਰਮ ਦੇ ਪ੍ਰਤੀ ਵੀ ਐਨ ਪ੍ਰੋਪਰ ਜਿਹੜੀ ਸਿੱਖਿਆ ਹੈ ਬੱਚੇ ਨੂੰ ਦਿੱਤੀ ਜਾਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ, ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਮਾਂ ਭਾਨੀ ਨੇ ਇੱਕ ਸਿੱਖਿਆ ਦੇ ਦਿੱਤੀ। ਧੰਨ ਗੁਰੂ ਅਮਰਦਾਸ ਸਾਹਿਬ ਤੋਂ ਇੱਕ ਤੇ ਆਸੀਸ ਮਿਲੀ, ਗੁਰੂ ਅਰਜਨ ਸਾਹਿਬ ਨੂੰ ਦੋਤਾ ਬਾਣੀ ਕਾ ਬੋਥਾ। ਇੱਕ ਮਾਂ ਭਾਨੀ ਨੇ ਆਸੀਸ ਦਿੱਤੀ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਔਰ ਮਾਂ ਦੀ ਅਸੀਸ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਜੀਵਨ ਦੇ ਹਰ ਮੋੜ ਤੇ ਚੇਤੇ ਰੱਖੀ ਹੈ। ਮਾਂ ਦੀ ਸਿੱਖਿਆ ਦਾ ਅਸੀਸ ਦਾ ਜਿਹੜਾ ਸੰਬੰਧ ਹੈ ਬੱਚੇ ਦੀ ਅੰਤਰ ਆਤਮਾ ਦੇ ਨਾਲ ਹੁੰਦਾ ਹੈ। ਤਤੀ ਤਵੀ ਤੇ ਬੈਠਿਆਂ ਵੀ ਉਹਨਾਂ ਨੇ ਮਾਂ ਦੀ ਅਸੀਸ ਨੂੰ ਚੇਤੇ ਰੱਖ ਕੇ ਰਸਨਾ ਤੋਂ ਇਹੀ ਬੋਲ ਪੜੇ ਸਨ ਕਿ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਦੁਨਿਆਵੀ ਸਿੱਖਿਆ ਵੀ ਮਾਂ ਬਾਪ ਨੇ ਬੱਚੇ ਨੂੰ ਦੇਣੀ ਹੈ, ਧਰਮ ਦੀ ਸਿੱਖਿਆ ਵੀ ਬੱਚੇ ਨੂੰ ਦੇਣੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਮਾਂ ਬਾਪ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ, ਆਪਣੇ ਫਰਜ਼ਾਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਨਿਭਾਇਆ, ਤੇ ਜਿੰਨੀਆਂ ਵੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਸਨ ਉਹ ਹੁਣ ਮਾਂ ਬਾਪ ਨੇ ਨਿਭਾ ਦਿੱਤੀਆਂ। ਬੱਚੇ ਨੂੰ ਪੜ੍ਹਾ ਦਿੱਤਾ, ਬੱਚੇ ਨੂੰ ਕਿਸੇ ਜਗ੍ਹਾ ਨੌਕਰੀ ਤੇ ਲਵਾ ਦਿੱਤਾ। ਹੁਣ ਮਾਂ ਬਾਪ ਆਪਣੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹਨ। ਤੇ ਜਿੱਥੇ ਫਿਰ ਜ਼ਿੰਮੇਵਾਰੀਆਂ
ਨਿਭਾਈਆਂ ਜਾਂਦੀਆਂ ਹਨ। ਉੱਥੇ ਫਿਰ ਨਾਲ ਦੀ ਨਾਲ ਆਪਾਂ ਕੁਝ ਹੱਕ ਵੀ ਸਾਡੇ ਹੁੰਦੇ ਹਨ। ਅਸੀਂ ਚਾਹੁੰਦੇ ਹਾਂ ਜੇ ਅਸੀਂ ਫਰਜ਼ ਨਿਭਾਏ ਹਨ ਆਪਣੇ, ਤੇ ਹੁਣ ਜਿਹੜੇ ਸਾਡੇ ਹੱਕ ਬਣਦੇ ਹਨ ਉਹ ਵੀ ਸਾਨੂੰ ਮਿਲਣੇ ਚਾਹੀਦੇ ਹਨ। ਮਾਂ ਬਾਪ ਔਲਾਦ ਦੇ ਪ੍ਰਤੀ ਜ਼ਿੰਮੇਵਾਰੀਆਂ ਨਿਭਾ ਦਿੱਤੀਆਂ। ਹੁਣ ਸੀ ਉਹਨਾਂ ਦਾ ਉਹ ਸਮਾਂ ਜਦੋਂ ਉਹ ਆਪਣੀ ਔਲਾਦ ਤੋਂ ਆਪਣੇ ਕੁਝ ਹੱਕ ਮੰਗਦੇ ਹਨ। ਹੁਣ ਅੱਗੇ ਔਲਾਦ ਦੀ ਜ਼ਿੰਮੇਵਾਰੀ ਸੀ ਮਾਂ ਬਾਪ ਦੇ ਪ੍ਰਤੀ, ਆਪਣੇ ਵੱਡਿਆਂ ਦੇ ਪ੍ਰਤੀ। ਤੇ ਭਾਈ ਸਾਹਿਬ ਨੇ ਅਗਲੀਆਂ ਪੌੜੀਆਂ 'ਚ ਉਹ ਜ਼ਿਕਰ ਕੀਤਾ ਹੈ। ਇਹ ਤੇ ਪਹਿਲੀ ਪੌੜੀ 'ਚ ਤੇ ਉਹਨਾਂ ਨੇ ਕਹਿ ਦਿੱਤਾ ਕਿ ਵੇਖ, ਮਾਂ ਬਾਪ ਦੀਆਂ ਜਿੰਨੀਆਂ ਜ਼ਿੰਮੇਵਾਰੀਆਂ ਸਨ ਉਹਨਾਂ ਨੇ ਬਖੂਬੀ ਸੋਹਣੇ ਤਰੀਕੇ ਦੇ ਨਾਲ ਨਿਭਾਈਆਂ ਨੇ। ਤੇਰੀ ਖਾਤਰ ਬਹੁਤ ਕੁਝ ਉਹਨਾਂ ਨੇ ਆਪਣੇ ਪਿੰਡੇ ਤੇ ਸਹਾਰਿਆ। ਮਾਂ ਨੇ ਹਜ਼ਾਰਾਂ ਤਰ੍ਹਾਂ ਦੇ ਕਸ਼ਟ ਤੇਰੀ ਖਾਤਰ ਆਪਣੇ ਆਪ ਤੇ ਸਹਾਰੇ ਨੇ। ਮਾਂ ਦੇ ਉਪਕਾਰਾਂ ਦਾ ਤੂੰ ਅੰਤ ਕਰਜ਼ਾ ਨਹੀਂ ਉਤਾਰ ਸਕਦਾ, ਭਾਵੇਂ ਜਿੰਨੀ ਮਰਜ਼ੀ ਵੱਡੀ ਤੋਂ ਵੱਡੀ ਕੁਰਬਾਨੀ ਕਰ ਦੇਵੇ। ਜੋ ਮਾਂ ਨੇ ਤੇਰੀ ਖਾਤਰ ਆਪਣੇ ਆਪ ਤੇ ਹੰਢਾਇਆ ਹੈ। ਜਦੋਂ ਤੂੰ ਸੰਸਾਰ 'ਚ ਵੀ ਨਹੀਂ ਸੀ ਆਇਆ, ਮਾਂ ਨੂੰ ਤੇ ਉਦੋਂ ਪਹਿਲਾਂ ਵੀ ਤੇਰੀ ਖਾਤਰ ਬਹੁਤ ਤਰ੍ਹਾਂ ਦੇ ਕਸ਼ਟ ਆਪਣੇ ਪਿੰਡੇ ਤੇ ਹੰਢਾਉਣੇ ਪਏ ਸਨ। ਹੁਣ ਔਲਾਦ ਦੀਆਂ ਕੀ ਜ਼ਿੰਮੇਵਾਰੀਆਂ ਨੇ ਤੇ ਔਲਾਦਾਂ ਫਿਰ ਕਿੱਥੇ ਜਾ ਕੇ ਥਿੜਕ ਜਾਂਦੀਆਂ ਨੇ। ਕਿਵੇਂ ਔਲਾਦ ਮਾਂ ਬਾਪ ਦੀ ਸੇਵਾ ਕਰਨ ਦੀ ਬਜਾਏ ਮਾੜੀ ਮੱਤ ਦੇ ਧਾਰਨੀ ਬਣ ਕੇ ਪੁੱਤ ਕਪੁੱਤ ਬਣਦੇ ਹਨ। ਉਹ ਅਗਲੀਆਂ ਪੌੜੀਆਂ 'ਚ ਭਾਈ ਗੁਰਦਾਸ ਸਾਹਿਬ ਜੀ ਨੇ ਵਰਣਨ ਕੀਤਾ ਹੈ। ਆਉਣ ਵਾਲੇ ਦਿਨਾਂ 'ਚ 2-3 ਦਿਨ ਆਪਾਂ ਇਹਨਾਂ ਪੌੜੀਆਂ ਦੀ ਵਿਚਾਰ ਦੀ ਸਾਂਝ ਪਾਉਣੀ ਹੈ। ਉਦੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸਹਿਸਕ੍ਰਿਤੀ ਮਹੱਲਾ 5ਵਾਂ ਉਹਦੀ ਵਿਚਾਰ ਦੀ ਆਰੰਭਤਾ ਕਰਨੀ ਹੈ। ਸੋ ਆਪ ਜੀ ਇਸੇ ਤਰ੍ਹਾਂ ਜੁੜੋ, ਹੋਰ ਸੰਗਤਾਂ ਨੂੰ ਜੋੜੋ। ਸਤਿਗੁਰਾਂ ਦੀਆਂ ਖੁਸ਼ੀਆਂ ਮਿਲਣ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।